ਵਾਹਿਗੁਰੂ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਸੀਂ ਜਿਸ ਸੰਸਾਰ ਵਿੱਚ ਰਹਿੰਦੇ ਹਾਂ, ਇਹ ਸੰਸਾਰ ਅਕਾਲ ਪੁਰਖ ਦੀ, ਉਸ ਪਰਮ ਪਿਤਾ ਪਰਮਾਤਮਾ ਦੀ, ਉਸ ਸਿਰਜਣਹਾਰ ਦੀ ਰਚਨਾ ਹੈ, ਜਿਸ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੇ ਸਾਰੇ ਜੀਵ ਜੰਤ ਪੈਦਾ ਕਰਕੇ, ਕੁਦਰਤ ਪੈਦਾ ਕਰਕੇ, ਨਦੀਆਂ ਨਾਲੇ ਪੈਦਾ ਕਰਕੇ, ਔਰ ਇਸ ਦੇ ਵਿੱਚ ਕੁਦਰਤ ਦੇ ਵਿੱਚ ਹੀ, ਇਸ ਜੀਵ ਜੰਤਾਂ ਦੇ ਵਿੱਚ ਹੀ ਆਪ ਵੀ ਸਮਾਇਆ ਹੋਇਆ ਇਸ ਸੰਸਾਰ ਦੇ ਦ੍ਰਿਸ਼ ਨੂੰ ਸਾਡੀਆਂ ਅੱਖਾਂ ਦੁਆਰਾ ਦੇਖਦਾ ਹੈ। ਤੋ ਸਾਧ ਸੰਗਤ ਜੀ, ਇਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ, ਇਹ ਖੁਦ ਆਪ ਅਵਿਨਾਸੀ ਹੈ, ਪਰ ਇਸ ਦੀ ਕਿਰਤ ਜਿਹੜੀ ਹੈ, ਜੋ ਸਾਰੀ ਦੀ ਸਾਰੀ ਜਿਹੜੀ ਹੈ, ਉਹ ਵਿਨਾਸੀ ਹੈ, ਵਿਨਸਦੀ ਹੈ। ਸਮੇਂ ਸਿਰ ਆ ਕੇ ਇਹ ਕੁਦਰਤ ਜਿਹੜੀ ਹੈ, ਇਹ ਸੰਸਾਰ ਜਿਹੜਾ ਹੈ, ਇਹ ਜੀਵ ਜੰਤੂ ਜਿਹੜੇ ਹੈ, ਇਹ ਵਿਨਸ ਜਾਂਦੇ ਹੈ। ਤੋ ਸਾਧ ਸੰਗਤ ਜੀ, ਇਹ ਵਿਨਸਣਹਾਰਾ ਸੰਸਾਰ ਜਿਹੜਾ ਹੈ, ਪਰਮਾਤਮਾ ਨੇ ਸਿਰਫ ਇਸ ਵਾਸਤੇ ਬਣਾਇਆ ਕਿ ਮੈਂ ਇੱਕ ਖੇਲ ਖੇਲਣਾ, ਔਰ ਖੇਲ ਦੇ ਵਿੱਚ ਕੀ ਨਿਯਮ ਰੱਖਿਆ ਕਿ ਹੇ ਜੀਵ, ਤੂੰ ਮੈਨੂੰ ਮਾਤ ਲੋਕ ਦੇ ਵਿੱਚ ਜਾ ਕੇ ਆਵਾਜ਼ਾਂ ਮਾਰਨੀਆਂ ਹੈ, ਤੂੰ ਮੈਨੂੰ ਲੱਭਣਾ ਹੈ, ਜਿਵੇਂ ਜਿਵੇਂ ਤੂੰ ਮੈਨੂੰ ਯਾਦ ਕਰੇਂਗਾ ਉਵੇਂ ਉਵੇਂ ਮੈਂ ਤੇਰੀ ਨੇੜੇ ਹੋ ਕੇ ਤੈਨੂੰ ਦਰਸਦਾਰੇ ਬਖਸ਼ਾਂਗਾ। ਤੋ ਇਸ ਤਰ੍ਹਾਂ ਦਾ ਵਿਧਾਨ ਬਣਾ ਕੇ ਇਸ ਮਨ ਨੂੰ, ਇਸ ਰੂਹ ਨੂੰ ਇਸ ਸੰਸਾਰ ਦੇ ਉੱਤੇ ਭੇਜ ਦਿੱਤਾ ਕਿ ਜੇ ਤੂੰ ਮੇਰਾ ਨਾਮ ਸਿਮਰਨ ਕਰੇਂਗਾ, ਤੂੰ ਮੇਰੇ ਨੇੜੇ ਹੋ ਜਾਏਗਾ, ਵਾਪਸ ਮੈਨੂੰ ਮਿਲਣ ਹੋ ਜਾਏਗਾ। ਪਰ ਜੇ ਤੂੰ ਮੇਰਾ ਨਾਮ ਸਿਮਰਨ ਨਹੀਂ ਕਰੇਂਗਾ ਨਾ, ਤੇ ਫਿਰ 84 ਲੱਖ ਜੂਨੀਆਂ ਦਾ ਭੋਗ ਜਿਹੜਾ ਹੈ, ਉਹ ਸਦਾ ਤੈਨੂੰ ਲੱਗਦਾ ਰਹੇਗਾ। ਔਰ ਇਹ ਆਵਾਗਮਨ ਜਿਹੜਾ ਹੈ, ਉਹਨਾਂ ਚਿਰ ਖਤਮ ਨਹੀਂ ਹੋਏਗਾ ਜਿੰਨਾ ਚਿਰ ਤੂੰ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ, ਪਰਮਾਤਮਾ ਦਾ ਨਾਮ ਸਿਮਰਨ ਕੇ, ਪਰਮਾਤਮਾ ਨਾਲ ਮਿਲਣ ਨਹੀਂ ਕਰ ਲਏਗਾ। ਉਹ ਸਾਧ ਸੰਗਤ ਜੀ, ਉਹ ਪਰਮ ਪਿਤਾ ਅਵਿਨਾਸੀ ਹੈ, ਸਭ ਜੀਵਨ ਕਾ ਦਾਤਾ ਅਵਿਨਾਸੀ। ਉਹ ਦਾਤਾ ਜਿਹੜਾ ਸਾਰੇ ਜੀਆਂ ਦਾ ਮਾਲਕ ਹੈ, ਪਰ ਉਹ ਖੁਦ ਅਵਿਨਾਸੀ ਹੈ, ਪਰ ਉਹਦੇ ਜੀਵ ਜਿਹੜੇ ਹੈ ਉਹ ਵਿਨਾਸੀ ਹੈ, ਵਿਨਸ ਜਾਂਦੇ ਹੈ। ਪਰ ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ, ਪਰਮਾਤਮਾ ਦਾ ਨਾਮ ਸਿਮਰਨ ਕਰਕੇ, ਗੁਰੂ ਤੋਂ ਨਾਮ ਦੀ ਪ੍ਰਾਪਤੀ ਕਰਕੇ, ਨਾਮ ਸਿਮਰਨ ਕਰਦੀਆਂ ਰੂਹਾਂ ਜਿਹੜੀਆਂ ਹੈ, ਉਹ ਨਾਮ ਦੇ ਅੰਮ੍ਰਿਤ ਦੇ ਸਦਕਾ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੇ ਦਰਸਦਾਰੇ ਵੀ ਕਰਦੀਆਂ, ਔਰ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਵੀ ਹੋ ਜਾਂਦੀਆਂ, ਔਰ ਪਰਮ ਪਿਤਾ ਪਰਮਾਤਮਾ ਦਾ ਆਵਾਗਮਨ ਦਾ ਚੱਕਰ ਜਿਹੜਾ ਹੈ, ਉਹ ਵੀ ਕੱਟਿਆ ਜਾਂਦਾ, ਔਰ ਉਹ ਜੀਵਤ ਰੂਹਾਂ ਹੋ ਕੇ ਪਰਮ ਪਿਤਾ ਪਰਮਾਤਮਾ ਦੇ ਸ਼ਰਨਾਗਤ ਰਹਿੰਦੀ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਇਹ ਜਗਤ ਸਾਰਾ ਵਿਨਾਸ਼ਣਹਾਰਾ ਹੈ, ਔਰ ਉਹ ਸਿਰਜਣਹਾਰ ਜਿਹੜਾ ਨਾ, ਉਹ ਕਾਲ ਪੁਰਖ ਹੈ, ਉਹ ਕਾਲ ਤੋਂ ਰਹਿਤ ਹੈ। ਉਹ ਕਾਲ ਵੀ ਜਿਹੜਾ ਹੈ ਨਾ, ਉਹ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ, ਪਰਮ ਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਕਰਮ ਕਰਦਾ ਹੈ। ਸੰਸਾਰ ਦੇ ਵਿੱਚ ਜੋ ਜੋ ਹੁਕਮ ਉਸ ਪਰਮ ਪਿਤਾ ਪਰਮਾਤਮਾ ਦਾ ਉਸ ਕਾਲ ਨੂੰ ਹੁੰਦਾ ਹੈ, ਮਹਾਕਾਲ ਨੂੰ ਹੁੰਦਾ ਹੈ, ਉਹ ਉਹੀ ਕਰਮ ਕਰਦਾ ਹੈ। ਧਰਮਰਾਜ ਜੋ ਹੈ, ਪਰਮਾਤਮਾ ਨੂੰ ਹੁਕਮ ਹੁੰਦਾ, ਪਰਮਾਤਮਾ ਦਾ ਹੁਕਮ ਹੁੰਦਾ ਧਰਮਰਾਜ ਨੂੰ, ਉਹੀ ਧਰਮਰਾਜ ਕਰਮ ਕਰਦਾ ਹੈ। ਜਮ ਜਿਹੜੇ ਹੈ ਉਹੀ ਕਰਮ ਕਰਦੇ ਆ ਜਿਹੜੇ ਪਰਮਾਤਮਾ ਦਾ ਹੁਕਮ ਹੁੰਦਾ ਹੈ। ਪਰ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ, ਉਸ ਦਾ ਹੁਕਮ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ ਚੱਲਦਾ ਹੈ, ਔਰ ਇਹ ਸਾਰਾ ਸੰਸਾਰ ਜਿਹੜਾ ਹੁਕਮ ਤੋਂ ਬਾਹਰ ਨਹੀਂ ਹੈ। ਜੀਵ ਜੰਤੂ, ਪੇੜ ਪੌਦੇ, ਨਦੀਆਂ ਨਾਲੇ, ਬਨਸਪਤ, ਝਰਨੇ, ਸਾਰੇ ਜਿੰਨੇ ਵੀ ਜੋ ਵੀ ਅਸੀਂ ਸੰਸਾਰ ਦੇ ਵਿੱਚ ਦੇਖ ਰਹੇ ਹਾਂ ਨਾ, ਉਹ ਸਾਰੇ ਦਾ ਸਾਰਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਣ ਐਡਾ ਵੱਡਾ ਸੁੰਦਰ ਸੋਹਣਾ ਸੰਸਾਰ ਪਰਮਾਤਮਾ ਨੇ ਬਣਾਇਆ ਹੈ, ਪਰ ਇਸ ਦੇ ਵਿੱਚ ਇੱਕ ਵਿਧਾਨ ਪੈਦਾ ਕਰ ਦਿੱਤਾ ਕਿ ਇਹ ਸਮਾਂ ਦੀ ਪੂੰਜੀ, ਸਾਂਸਾਂ ਦੀ ਪੂੰਜੀ ਜੋ ਪਰਮਾਤਮਾ ਇਸ ਨੂੰ ਦਿੰਦਾ ਹੈ, ਉਸ ਨੂੰ ਭੁਗਤ ਕੇ ਇਸ ਨੂੰ ਪਰਮਾਤਮਾ ਦੇ ਦੁਆਰੇ ਦੇ ਉੱਤੇ ਹਾਜ਼ਰੀ ਜਾ ਕੇ ਭਰਨੀ ਪੈਂਦੀ ਹੈ। ਜਿੰਨੇ ਸਾਹ ਦਿੱਤੇ ਹੋਏ ਆ, ਉਹਨਾਂ ਦੇ ਵਿੱਚ ਅਗਰ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਫਿਰ ਤਾਂ ਪਰਮ ਪਿਤਾ ਪਰਮਾਤਮਾ ਨਾਲ ਮਿਲਨ ਹੋ ਜਾਂਦਾ। ਵਰਨਾ 84 ਲੱਖ ਜੂਨੀਆਂ ਦਾ ਆਵਾਗਮਨ ਜਿਹੜਾ ਹੈ, ਇੱਕ ਜੂਨੀ 'ਚੋਂ ਮਰ ਕੇ ਦੂਜੀ ਚਲਾ ਜਾਣਾ, ਦੂਜੀ 'ਚੋਂ ਮਰ ਕੇ ਦੂਜੀ ਚਲਾ ਜਾਣਾ, ਇਸ ਤਰ੍ਹਾਂ ਦਾ ਆਵਾਗਮਨ ਜਿਹੜਾ ਹੈ, ਇੱਕ ਜੀਵ ਆਉਂਦਾ ਹੈ, ਦੂਜਾ
ਇੱਕ ਜੀਵ ਸੰਸਾਰ ਤੇ ਆਉਂਦਾ, ਦੂਜਾ ਸੰਸਾਰ ਤੋਂ ਬਾਹਰ ਚਲਾ ਜਾਂਦਾ। ਇੱਕ ਜੀਵ ਸੰਸਾਰ ਤੇ ਆਉਂਦਾ, ਦੂਜਾ ਸੰਸਾਰ ਤੋਂ ਬਾਹਰ। ਇਸ ਤਰ੍ਹਾਂ ਇੱਕ ਇਹ ਧਰਤੀ ਜਿਹੜੀ ਹੈ ਇੱਕ ਧਰਮਸਾਲ ਦਾ ਰੂਪ ਬਣਾ ਕੇ ਪਰਮਾਤਮਾ ਨੇ ਇਹ ਜੀਵ ਨੂੰ ਦੱਸਿਆ ਕਿ ਹੇ ਜੀਵ, ਤੂੰ ਆਜ਼ਾਦ ਹੈ, ਜੋ ਕਰੇਗਾ ਉਹੀ ਫਲ ਤੈਨੂੰ ਭੋਗਣਾ ਪਵੇਗਾ, ਔਰ ਜੋ ਕਰੇਗਾ ਉਸੇ ਦਾ ਹੀ ਫਲ ਪ੍ਰਾਪਤ ਹੋਏਗਾ। ਇਹ ਧਰਮਸਾਲ ਦੇ ਵਿੱਚ ਤੂੰ ਧਰਮ ਕਰਕੇ, ਪਰਮਾਤਮਾ ਦਾ ਨਾਮ ਸਿਮਰਨ ਕਰਕੇ, ਦਇਆ ਕਰਕੇ, ਖਿਮਾ ਕਰਕੇ, ਇੱਥੋਂ ਤੱਕ ਕਰਕੇ ਪਰਮਪਿਤਾ ਪਰਮਾਤਮਾ ਦੇ ਨਾਲ ਪਿਆਰ ਕਰਕੇ, ਪਰਮਾਤਮਾ ਦਾ ਨਾਮ ਸਿਮਰਨ ਕਰਕੇ ਤੂੰ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਏਗਾ। ਤੇਰਾ ਪਰਮਪਿਤਾ ਪਰਮਾਤਮਾ ਨਾਲ ਮਿਲਨ ਹੋ ਜਾਏਗਾ, ਔਰ ਫਿਰ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੋਏਗਾ। ਤੈਨੂੰ ਆਵਾਗਮਨ ਦਾ ਚੱਕਰ ਜਿਹੜਾ ਉਹ ਖਤਮ ਹੋ ਜਾਏਗਾ, ਔਰ ਤੂੰ ਪਰਮਪਿਤਾ ਪਰਮਾਤਮਾ ਦਾ ਪਿਆਰਾ ਹੋ ਕੇ ਪਰਮਾਤਮਾ ਦੇ ਆਸਣ 'ਤੇ, ਸੱਚਖੰਡ ਦੇ ਦੁਆਰੇ ਦੇ ਉੱਤੇ ਬਿਰਾਜਮਾਨ ਹੋ ਜਾਏ। ਸੱਚੇ ਪਾਤਸ਼ਾਹ ਨੇ ਇੱਕ ਕਰਮ ਇਹ ਬਣਾਇਆ ਹੋਇਆ ਹੈ। ਇਹ ਕਰਮ ਜਿਹੜਾ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ ਹੈ, ਜੋ ਵੀ ਕੋਈ ਕਰਮ ਕਰਦਾ ਹੈ, ਜੋ ਬੀਜਦਾ ਹੈ, ਜੈਸਾ ਬੀਜਦਾ ਹੈ ਉਹੋ ਜਿਹਾ ਉਸ ਨੂੰ ਪ੍ਰਾਪਤ ਹੁੰਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਸੰਸਾਰ ਦਾ ਜਿਹੜਾ ਖੇਲ ਹੈ ਉਹ ਪਰਮਪਿਤਾ ਪਰਮਾਤਮਾ ਨੇ ਖੇਲਿਆ ਹੋਇਆ, ਔਰ ਇਹ ਖੇਲ ਜਿਹੜਾ ਹੈ ਜੁਗਾਂਤਰਾਂ ਤੋਂ, ਸਦੀਆਂ ਤੋਂ ਚੱਲ ਰਿਹਾ ਹੈ। ਅੱਜ ਨਹੀਂ, ਬਹੁਤ ਪਹਿਲਾਂ ਤੋਂ, ਜਦੋਂ ਅੱਜ ਤੋਂ 36 ਯੁੱਗ ਪਹਿਲਾਂ ਪਰਮਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਨਹੀਂ ਸੀ ਔਰ ਮਾਇਆ ਨੂੰ ਹੁਕਮ ਦੇ ਕੇ ਸ੍ਰਿਸ਼ਟੀ ਪੈਦਾ ਕੀਤੀ, ਔਰ ਉਦੋਂ ਤੋਂ ਹੀ ਇਹ ਪਰਮਪਿਤਾ ਪਰਮਾਤਮਾ ਦਾ ਯੁੱਗ ਜਿਹੜਾ ਹੈ ਪੈਦੇ ਹੋਏ। ਔਰ ਯੁੱਗ ਤੋਂ ਲੈ ਕੇ ਅੱਜ ਸਤਯੁੱਗ, ਤ੍ਰੇਤਾ, ਦੁਆਪਰ ਔਰ ਅੱਜ ਕੱਲ੍ਹ ਯੁੱਗ ਜਿਹੜਾ ਹੈ, ਲਗਾਤਾਰ ਪਤਾ ਨਹੀਂ ਕਿੰਨੇ ਯੁੱਗ ਮਤਲਬ ਇਹ ਸ੍ਰਿਸ਼ਟੀ ਚੱਲਦੀ ਆ ਰਹੀ ਹੈ। ਔਰ ਇਹ ਸ੍ਰਿਸ਼ਟੀ ਦਾ ਚੱਲਣ ਇਸ ਤਰ੍ਹਾਂ ਦੀ ਹੈ, ਕੋਈ ਆਉਂਦਾ ਕੋਈ ਜਾਂਦਾ, ਕੋਈ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਦੇ ਆਸਣ 'ਤੇ ਬਿਰਾਜਮਾਨ ਹੋ ਜਾਂਦਾ। ਇਹ ਅਵਸਥਾ ਹੈ। ਤੋ ਸਾਧ ਸੰਗਤ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਇੱਕ ਨਿਯਮ ਪਰਮਾਤਮਾ ਦਾ ਲਾਗੂ ਹੁੰਦਾ, ਜਿਹਨੂੰ ਅਸੀਂ ਧਰਮ ਕਹਿੰਦੇ ਹਾਂ। ਉਹ ਧਰਮ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਅਤੇ ਉਹ ਧਰਮ ਇਹ ਕਹਿੰਦਾ ਹੈ ਕਿ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ, ਅਗਰ ਕਿਸ ਨੇ ਇਹ ਗੁਣ ਪ੍ਰਾਪਤ ਕਰ ਲਏ ਹੈ ਤਾਂ ਉਸ ਦੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈ ਨਾ ਉਹ ਖਤਮ ਹੋ ਜਾਂਦੇ ਆ। ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈ ਨਾ ਪਾਪ ਦੇ ਕਰਮ ਕਰਦੇ ਆ। ਔਰ ਜਿੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਜਹਾਂ ਪਾਪ, ਜਹਾਂ ਜੈ ਖਿਮਾ ਤੈ ਆਪ, ਔਰ ਜਿੱਥੇ ਪਾਪ ਉਹ ਸਾਰੇ ਦਾ ਸਾਰਾ ਨਰਕ ਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਗੁਰੂ ਬਖਸ਼ਿਸ਼ ਕਰਦੇ ਆ, ਭਾਈ ਗੁਰੂ ਪਿਆਰਿਓ, ਨੇਕ ਕਮਾਈਆਂ ਕਰੋ, ਨੇਕ ਕਮਾਈ ਕਰੋ, ਭਲਾ ਕਰੋ, ਧਰਮ ਕਰੋ, ਦਇਆ ਕਰੋ, ਸੰਤੋਖ, ਸਬਰ ਕਰੋ, ਔਰ ਹੰਕਾਰ ਨੂੰ ਛੱਡੋ ਭਾਈ। ਕੂੜ ਦਾ ਰਸਤਾ ਪਕੜੋ, ਸੱਚ ਦਾ ਰਸਤਾ ਪਕੜੋ, ਜਿਹੜਾ ਕਿ ਸੰਸਾਰ ਦੇ ਜੀਵਾਂ ਵਾਸਤੇ ਸੁਖਦਾਈ ਹੈ, ਸੁਖਦਾਈ ਹੈ। ਜੇ ਸੁੱਖ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਨਹੀਂ ਹੈ। ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਤਾਂ ਕਸ਼ਣ ਦਾ ਸੁੱਖ ਹੁੰਦਾ, ਕੋਈ ਚੀਜ਼ ਦੀ ਸਾਨੂੰ ਪ੍ਰਾਪਤੀ ਹੋ ਗਈ ਹੈ, ਠੀਕ ਹੈ, ਸੁੱਖ ਹੈ, ਪਰ ਥੋੜ੍ਹੀ ਦੇਰ ਬਾਅਦ ਉਹ ਵੀ, ਥੋੜ੍ਹੇ ਦਿਨਾਂ ਬਾਅਦ, ਥੋੜ੍ਹੇ ਸਾਲਾਂ ਬਾਅਦ ਉਹ ਵੀ ਜਿਹੜਾ ਦੁੱਖ ਬਣ ਜਾਏਗਾ। ਪੁੱਤਰਾਂ ਧੀਆਂ ਦਾ ਵੀ ਦੁੱਖ ਬਣ ਜਾਂਦਾ। ਅਸੀਂ ਪੁੱਤਰ ਜੰਮਦਾ ਘਰੇ ਸਾਡੇ, ਅਸੀਂ ਕਹਿੰਦੇ ਹਾਂ ਬਹੁਤ ਸਾਨੂੰ ਖੁਸ਼ੀ ਹੈ, ਬੜੀ ਖੁਸ਼ੀ ਹੈ, ਪੁੱਤਰ ਦੀ ਪ੍ਰਾਪਤੀ ਹੋ ਗਈ, ਸਾਨੂੰ ਸੁੱਖ ਮਿਲੇਗਾ। ਪਰ ਵੱਡਾ ਹੋ ਕੇ ਜਦੋਂ 20-21 ਸਾਲ ਦਾ ਪੁੱਤ ਹੋ ਜਾਂਦਾ ਅਤੇ ਉਦੋਂ ਪੁੱਤ ਜਿਹੜਾ ਹੈ ਪਿਓ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ, ਜ਼ਮੀਨ ਜਾਇਦਾਦ ਜਿਹੜੀ ਉਹ ਖੋ ਕੇ ਆਪਣੇ ਨਾਂ ਕਰਵਾ ਲੈਂਦਾ। ਐਸਾ ਵੀ ਇਹ ਸੁੱਖ ਨਹੀਂ ਹੈ। ਸੁੱਖ ਕੀ ਹੈ? ਪਰਮਾਤਮਾ ਦੀ ਭਗਤੀ ਦੇ ਵਿੱਚ, ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਸਦਕਾ ਜਦੋਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਨਾ, ਉਹ ਆਨੰਦ ਸੁੱਖ ਜਿਹੜਾ ਹੈ, ਉਹ ਸਰਬ ਸੁੱਖਾਂ ਦਾ ਮਾਲਕ ਜਿਹੜਾ ਹੈ ਉਹ ਪਰਮਪਿਤਾ ਪਰਮਾਤਮਾ ਸਾਨੂੰ ਇੱਕ ਆਨੰਦ ਦੀ ਪ੍ਰਾਪਤੀ ਬਖਸ਼ਦਾ। ਔਰ ਉਹ ਆਨੰਦ ਜਿਹੜਾ ਸਦੀਵੀ ਰਹਿਣ ਵਾਲਾ ਹੁੰਦਾ ਹੈ, ਉਹ ਕਦੇ ਮਿਟਦਾ ਨਹੀਂ ਹੈ। ਜਿਸ ਰੂਹ ਨੂੰ ਇਸ ਰੂਹ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਉਹ ਰੂਹ ਹਮੇਸ਼ਾ ਹੀ ਖੁਸ਼ ਰਹਿੰਦੀ ਹੈ, ਹਮੇਸ਼ਾ ਹੀ ਥੋੜ੍ਹੇ ਦੇ ਵਿੱਚ ਸਬਰ ਸੰਤੋਖ ਕਰਕੇ ਪਰਮਾਤਮਾ ਦਾ ਸ਼ੁਕਰ ਕਰਦੀ ਹੈ, ਪਰਮਾਤਮਾ ਦਾ ਧੰਨਵਾਦ ਕਰਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਐਸੀਆਂ ਰੂਹਾਂ ਬਹੁਤ ਜ਼ਿਆਦਾ ਮਿਲ ਜਾਣਗੀਆਂ, ਪਰ ਹੈ ਬਹੁਤ ਘੱਟ। ਏਡਾ ਵੱਡਾ ਸੰਸਾਰ ਹੁੰਦਿਆਂ ਹੋਇਆਂ ਅਗਰ ਕੋਈ ਕਰੋੜਾਂ ਦੇ ਵਿੱਚੋਂ, ਗੁਰੂ ਸਾਹਿਬ ਕੋਟਣ ਮੈਂ ਕਹੂ ਨਾਰਾਇਣ ਜੇ ਚੀਤ, ਅਗਰ ਕੋਈ 2-4 ਬੰਦੇ ਮਤਲਬ ਇਸ ਤਰ੍ਹਾਂ ਦੇ ਮਿਲਦੇ ਵੀ ਹੈ ਤੇ ਪਰਮਾਤਮਾ ਦੀ ਸ੍ਰਿਸ਼ਟੀ ਦੇ ਵਿੱਚ ਉਹ ਧਨ ਹੈ। ਉਹ ਬੰਦੇ ਇਸ ਸ੍ਰਿਸ਼ਟੀ ਨੂੰ ਇਸੇ ਵਾਸਤੇ ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ, ਉਹ ਜਿੰਨੇ ਕੁ ਥੋੜ੍ਹੇ ਹੀ ਸੰਤ ਹੈ ਨਾ, ਗੁਰੂ ਦੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ, ਉਹਨਾਂ ਦੇ ਸਦਕਾ ਹੀ ਇਹ ਪਰਮਪਿਤਾ ਪਰਮਾਤਮਾ ਦਾ ਸੰਸਾਰ ਜਿਹੜਾ ਹੈ ਉਹ ਚਲਾਇਮਾਨ ਹੈ। ਤੋ ਸਾਧ ਸੰਗਤ ਜੀ, ਜਿਸ ਗੁਰਮੁਖ ਪਿਆਰੇ ਨੇ ਇਸ ਤਰ੍ਹਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਹ ਪਰਮਪਿਤਾ ਪਰਮਾਤਮਾ ਦਾ ਪ੍ਰਾਪਤ ਪਿਆਰਾ ਹੋ ਗਿਆ ਔਰ ਉਸ ਦਾ ਆਵਾਗਮਨ ਕੱਟਿਆ ਗਿਆ। ਉਸ ਨੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਦਰਸ਼ਦਾਰੇ ਕਰਨ ਦਾ ਮੌਕਾ ਮਿਲ ਜਾਂਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਉਸ ਦੇ ਪਰਮਾਤਮਾ ਦੇ ਗੁਣ ਜਿਹੜੇ ਹੈ, ਪਰਮਾਤਮਾ
ਆਪਣੇ ਪਿਆਰੇ ਦੇ ਅੰਦਰ ਬਿਰਾਜਮਾਨ ਕਰ ਦਿੰਦਾ ਔਰ ਇਹਨਾਂ ਗੁਣਾਂ ਦੇ ਸਦਕਾ ਹੀ ਉਸ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਔਰ ਉਹ ਗੁਰਮੁਖ ਪਿਆਰੀ ਰੂਹ ਜਿਹੜੀ ਹੈ, ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੈ ਇਹਨਾਂ ਗੁਣਾਂ ਦੇ ਸਦਕਾ, ਧਰਮ ਦਇਆ ਸੰਤੋਖ ਸੱਚ ਔਰ ਧੀਰਜ ਦੇ ਸਦਕਾ, ਉਦੋਂ ਉਹ ਰੂਹ ਵੀ ਪਰਮਪਿਤਾ ਪਰਮਾਤਮਾ ਦਾ ਸਰੂਪ ਹੋ ਨਿਬੜਦੀ ਹੈ। ਗੁਰੂ ਸਿੱਖ ਹੋ ਜਾਂਦਾ ਹੈ। ਨਾਮੇ ਨਾਰਾਇਣ ਨਾਹੀ ਭੇਦ। ਗੁਰੂ ਸਾਹਿਬ ਹੋਰ ਬਖਸ਼ਦੇ ਹੈ। ਗੁਰੂ ਸਾਹਿਬ ਕਹਿੰਦੇ ਹੈ, ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਿਆ। ਜਿਨ੍ਹਾਂ ਦੇ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਹੁੰਦੇ ਆ? ਕਹਿੰਦੇ ਗੁਰੂ ਸਾਹਿਬ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਗੁਰਮੁਖ ਰੂਹਾਂ ਫਿਰ ਪਰਮਾਤਮਾ ਦਾ ਰੂਹ ਹੋ ਕੇ, ਪਰਮਾਤਮਾ ਦਾ ਰੂਪ ਹੋ ਕੇ, ਪਰਮਾਤਮਾ ਦੇ ਦਰਸਦਾਰੇ ਕਰਦੀਆਂ ਹੋਈਆਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀਆਂ। ਜੈਸੇ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਜੈਸੇ ਰੰਗ ਦੇ ਵਿੱਚ ਰੰਗ ਮਿਲ ਜਾਂਦਾ ਹੈ, ਜੈਸੇ ਦੁੱਧ ਦੇ ਵਿੱਚ ਦੁੱਧ ਮਿਲ ਜਾਂਦਾ ਹੈ, ਜੈਸੇ ਹਵਾ ਦੇ ਵਿੱਚ ਹਵਾ ਮਿਲ ਜਾਂਦੀ ਹੈ, ਪਵਨ ਮੈਂ ਪਵਨ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾਲ ਹੀ ਇਹ ਜਿਹੜੀਆਂ ਰੂਹਾਂ ਹੈ ਪਰਮਪਿਤਾ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੀਆਂ। ਔਰ ਇਸ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਦੀ ਸ੍ਰਿਸ਼ਟੀ ਜਿਹੜੀ ਹੈ ਉਹ ਚਲਾਏਮਾਨ ਹੈ, ਚੱਲ ਰਹੀ ਹੈ ਔਰ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਔਰ ਉਹ ਅਵਿਨਾਸੀ ਸਦਾ ਅਮਰ ਹੈ, ਅਟਲ ਹੈ, ਅਵਿਨਾਸੀ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਕਿ ਉਸ ਦਾ ਕੋਈ ਮਾਂ ਬਾਪ ਹੈ, ਨਾ ਉਸ ਦਾ ਕੋਈ ਪੁੱਤਰ ਧੀ ਹੈ, ਨਾ ਉਸ ਦਾ ਕੋਈ ਠਿਕਾਣਾ ਹੈ, ਨਾ ਹੀ ਉਸ ਦਾ ਕੋਈ ਉਹ ਕਰਮ ਹੈ, ਨਾ ਹੀ ਉਸ ਦਾ ਨਾਮ ਹੈ। ਨਾਮ ਵੀ ਨਹੀਂ ਹੈ ਉਸ ਦਾ। ਨਾਮ ਹੈ ਅਤੇ ਉਹ ਸਾਡੇ ਰੱਖੇ ਹੋਏ ਕਿਰਤਮ ਨਾਮ ਹੈ, ਵਾਹਿਗੁਰੂ ਨਾਮ ਹੈ, ਅੱਲਾ ਨਾਮ ਹੈ, ਰਾਮ ਨਾਮ ਹੈ। ਇਹ ਸਾਰੇ ਸਾਡੇ ਕਿਰਤਮ ਰੱਖੇ ਹੋਏ ਹੈ। ਵਿਸ਼ੰਬਰ ਹੈ, ਸਚਦਾਨੰਦ ਹੈ, ਨਾਰਾਇਣ ਹੈ, ਸਾਈਂ ਹੈ, ਮਾਲਕ ਹੈ। ਅਨੇਕਾਂ ਨਾਮ ਅਸੀਂ ਆਪਣੇ ਤਰੀਕੇ ਨਾਲ ਰੱਖ ਰੱਖਿਆ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਵਿੱਚ ਸਾਨੂੰ ਇਹ ਨਾਮ ਪਰਮਾਤਮਾ ਦੇ ਦੱਸੇ ਹੋਏ ਹੈ। ਗੁਰੂ ਸਾਹਿਬ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਚੱਕਰ ਚਿਹਨ ਵਰਨ ਔਰ ਜਾਤ ਪਾਤ ਨਹਿਨ ਜੇ ਰੂਪ ਰੰਗ ਔਰ ਰੇਖ ਪੇ ਕੋ ਕਹਿ ਨਾ ਸਕਤ ਕੀ ਅਚਲ ਮੂਰਤ ਅਨਭਉ। ਇਸ ਤਰ੍ਹਾਂ ਦੇ ਨਾਲ ਉਹ ਜਿਹੜੀ ਰੂਹ ਹੈ ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਚੱਲ ਹੈ ਔਰ ਅਨਭਉ ਪ੍ਰਕਾਸ਼ ਹੈ। ਇਹ ਅਨੁਭਵ ਪ੍ਰਕਾਸ਼ ਜਦੋਂ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਦੋਂ ਸਾਨੂੰ ਜਿਹੜਾ ਸਾਡੇ ਸੰਸਾਰ ਦੇ ਵਿੱਚ ਸਾਨੂੰ ਵੀ ਸਾਡੀਆਂ ਇਹਨਾਂ ਅੱਖਾਂ ਦੁਆਰਾ ਹੀ ਇਹ ਜੋਤ ਪ੍ਰਕਾਸ਼ ਜਿਹੜਾ ਹੈ, ਅਨੁਭਵ ਪ੍ਰਕਾਸ਼ ਜਿਹੜਾ ਹੈ, ਜੋਤ ਪ੍ਰਕਾਸ਼ ਬਣ ਕੇ ਸਾਨੂੰ ਦਰਸਦਾਰੇ ਦੇਣੇ ਸ਼ੁਰੂ ਕਰਦਾ। ਔਰ ਸਾਡੇ ਆਸੇ ਪਾਸੇ ਸਦਾ ਅੰਗ ਸੰਗ ਰਹਿ ਕੇ ਸਾਡੀ ਉਹ ਰੱਖਿਆ ਕਰਦਾ, ਸਾਨੂੰ ਉਹ ਪਿਆਰ ਕਰਦਾ, ਸਾਡੇ 'ਤੇ ਉਹ ਆਪਣਾ ਆਪ ਨਿਸ਼ਾਵਰ ਕਰ ਦਿੰਦਾ। ਆਪਣੇ ਪਿਆਰੇ ਦੇ ਉੱਤੇ ਆਪ ਚਾਕਰ ਹੋ ਕੇ ਪਰਮਪਿਤਾ ਪਰਮਾਤਮਾ ਆਪਣੇ ਪਿਆਰੇ ਦੀ ਸੇਵਾ ਕਰਦਾ। ਜਿਵੇਂ ਨਾਮੇ ਦੀ ਸੇਵਾ ਕੀਤੀ, ਜਿਵੇਂ ਧੰਨੇ ਦੀ ਸੇਵਾ ਕੀਤੀ, ਜਿਵੇਂ ਤਰਲੋਚਨ ਦੀ ਸੇਵਾ ਕੀਤੀ, ਜਿਵੇਂ ਕਬੀਰ ਜੀ ਦੀ ਸੇਵਾ ਕੀਤੀ, ਇਸ ਤਰ੍ਹਾਂ ਨਾਲ ਉਹ ਅੱਜ ਵੀ ਪਰਮਪਿਤਾ ਪਰਮਾਤਮਾ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਸ ਰੂਹ ਨੂੰ ਉਹ ਪਰਮਪਿਤਾ ਪਰਮਾਤਮਾ ਦਾ ਮਿਲਨ ਹੋ ਜਾਂਦਾ ਹੈ, ਪਰਮਪਿਤਾ ਪਰਮਾਤਮਾ ਉਸ ਰੂਹ ਦਾ ਚਾਕਰ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ, ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।